ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ, ਕਿਰਪਾਲੂ, ਮਿਹਰਬਾਨ, ਪ੍ਰੇਮੀ ਪਰਮੇਸ਼ਰ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਸਰਬ ਸ਼ਕਤੀਮਾਨ, ਸਰਬ ਵਿਆਪੀ, ਸਰਵਗਿਆ ਪਰਮੇਸ਼ਰ ਹੈ। ਤੂੰ ਸਾਨੂੰ ਨਾ ਤਾਂ ਕਦੇ ਛੱਡਦਾ, ਨਾ ਕਦੇ ਤਿਆਗਦਾ, ਹਮੇਸ਼ਾ ਸਾਡੇ ਨਾਲ ਵਫਾਦਾਰ ਰਹਿੰਦਾ। ਅੱਜ ਦੇ ਵਚਨ ਦੇ ਨਾਲ ਅਸੀਂ ਜੋ ਵੀ ਤੇਰਾ ਪਰਮੇਸ਼ਰ ਦਾ ਮਨਨ ਕਰੀਏ, ਉਹ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਤੇਰੀ ਆਤਮਿਕ ਉન્નਤੀ ਦਾ ਕਾਰਨ ਬਣੇ ਔਰ ਤੇਰਾ ਹੀ ਨਾਮ ਸਾਡੇ ਜੀਵਨ ਦੇ ਵਿੱਚ ਉੱਚਾ ਹੋ ਸਕੇ। ਤੇਰੇ ਵਚਨ ਦੇ ਰਾਹੀਂ ਅਸੀਂ ਤੇਰੇ ਰਾਜ ਵਿੱਚ ਵਧੀਏ ਔਰ ਤੇਰੇ ਨਾਮ ਨੂੰ ਉੱਚਾ ਕਰੀਏ। ਅਜਿਹਾ ਹੋਣ ਦੇ ਲਈ ਮਦਦ ਕਰ। ਸਭ ਕੁਝ ਮੰਗਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ, ਆਮੀਨ। ਪਿਆਰੇ ਅਜ਼ੀਜ਼, ਅੱਜ ਦੇ ਜੋ ਵਚਨ ਦਾ ਮੇਰਾ ਵਿਸ਼ਾ ਹੈ ਉਹ ਹੈ ਘਮੰਡ ਪਰਮੇਸ਼ਵਰ ਦੇ ਰਾਜ ਦੇ ਯੋਗ ਨਹੀਂ। ਘਮੰਡ ਪਰਮੇਸ਼ਵਰ ਦੇ ਰਾਜ ਦੇ ਯੋਗ ਨਹੀਂ। ਇਸ ਦੇ ਲਈ ਜੋ ਮੈਂ ਵਚਨ ਲਿਆ ਹੈ ਉਹ ਯਸ਼ਾਇਆ ਦੀ ਪੁਸਤਕ ਉਸ ਦਾ 14 ਅਧਿਆਏ, ਉਸ ਦੀ 14 ਆਇਤ ਅਤੇ ਕਹਾਵਤਾਂ 16 ਦਾ 18 ਮੈਂ ਲਿਆ ਹੈ। 14 ਦੇ 14 ਵਿੱਚ ਇਸ ਤਰ੍ਹਾਂ ਲਿਖਿਆ ਹੈ, ਮੈਂ ਆਪ ਨੂੰ ਅਤ ਮਹਾਨ ਜਿਹਾ ਬਣਾਵਾਂਗਾ। ਔਰ 16 ਦਾ 18 ਵਿੱਚ ਇਸ ਤਰ੍ਹਾਂ ਪੜ੍ਹਦੇ ਹਾਂ, ਠੋਕਰ ਖਾਣ ਤੋਂ ਪਹਿਲਾਂ ਘਮੰਡ ਹੁੰਦਾ ਹੈ। ਮੇਰੇ ਪਿਆਰੇ ਅਜ਼ੀਜ਼, ਘਮੰਡ ਭਿਆਨਕ ਪਾਪਾਂ ਦਾ ਪਹਿਲਾ ਸਵਰੂਪ ਸਾਡੇ ਮੋਹਰੇ ਆਉਂਦਾ ਹੈ। ਠੋਕਰ ਖਾਣ ਤੋਂ ਪਹਿਲਾਂ ਘਮੰਡ ਹੁੰਦਾ ਹੈ। ਬਾਣੀ ਦੱਸਦੀ ਹੈ, ਇਸ ਲਈ ਘਮੰਡ ਮਾਨਸਿਕ ਅਤੇ ਨੈਤਿਕ ਅਵਸਥਾ ਹੈ ਜੋ ਹਰ ਪਾਪ ਤੋਂ ਪਹਿਲਾਂ ਹੁੰਦੀ ਹੈ। ਇਸ ਲਈ ਸ਼ੁੱਧ ਬ੍ਰਹਮੰਡ ਵਿੱਚ ਦਾਖਲ ਹੋਣ ਵਾਲਾ ਪਹਿਲਾ ਪਾਪ ਸੀ ਘਮੰਡ। ਲੂਸੀਫਰ ਪਰਮੇਸ਼ਰ ਦੇ ਸਿੰਘਾਸਨ ਦਾ ਰਾਖਾ, ਉਸਨੇ ਆਪਣੇ ਆਪ ਨੂੰ ਆਪਣੇ ਦਿਲ ਵਿੱਚ ਪਰਮੇਸ਼ਰ ਹੋਣ ਵਾਂਗ ਅਤੇ ਹੋਣ ਲਈ ਉੱਚਾ ਕੀਤਾ। ਇਸ ਤਰ੍ਹਾਂ ਅਸੀਂ ਸੁਣਨ ਲਈ ਤੁਰੰਤ ਇਨਕਾਰ ਕਰਦੇ ਹਾਂ ਅਤੇ ਉਲੰਘਣਾ ਦਾ ਰਵੱਈਆ ਜਿਹੜਾ ਸ਼ੈਤਾਨ ਦੁਆਰਾ, ਜਿਸ ਨੇ ਪਰਮੇਸ਼ਰ ਦੇ ਬਰਾਬਰ ਆਪਣੇ ਆਪ ਨੂੰ ਉੱਚਾ ਕੀਤਾ, ਇਸ ਰਚੇ ਬ੍ਰਹਿਮੰਡ ਵਿੱਚ ਦਾਖਲ ਹੋਇਆ। ਮਨੁੱਖੀ ਬ੍ਰਹਿਮੰਡ ਵਿੱਚ ਦਾਖਲ ਹੋਇਆ। ਪਰਮੇਸ਼ਰ ਜਿਸ ਘਮੰਡ ਤੋਂ ਘਿਰਣਾ ਕਰਦਾ ਹੈ ਉਹ ਸਵਾਭੀਮਾਨ ਜਾਂ ਪ੍ਰਤਿਸ਼ਠਿਤ ਨਹੀਂ ਹੈ। ਉਹ ਸਾਡਾ ਅਹੰਕਾਰੀ ਹੋਣਾ ਅਤੇ ਸੀਮਾ ਤੋਂ ਜ਼ਿਆਦਾ ਆਤਮ ਸਮਰਥ ਹੋਣਾ ਹੈ। ਇਹ ਮੈਂ ਬਹੁਤ ਵਾਰ ਦੇਖਿਆ ਹੈ, ਅਹੰਕਾਰੀ ਹੋਣਾ। ਅਹੰਕਾਰੀ ਕਈ ਗੱਲਾਂ ਦੇ ਵਿੱਚ ਹੁੰਦੇ ਆ, ਇਹਦੇ 'ਚ ਕੋਈ ਸ਼ੱਕ ਨਹੀਂ। ਕਈਆਂ ਨੂੰ ਸੋਹਣਾ ਦੇਖਣ ਦਾ ਹੰਕਾਰ ਹੁੰਦਾ ਹੈ, ਕਈਆਂ ਨੂੰ ਆਪਣੇ ਗੁਣ ਦੇ ਉੱਤੇ ਅਹੰਕਾਰ ਹੁੰਦਾ ਹੈ, ਕਈਆਂ ਨੂੰ ਆਪਣੇ ਬੋਲਣ ਦੇ ਉੱਤੇ ਹੰਕਾਰ ਹੁੰਦਾ ਹੈ, ਕਈਆਂ ਦੀ ਸਮਝ ਦੇ ਉੱਤੇ ਹੰਕਾਰ ਹੁੰਦਾ ਹੈ, ਕਈਆਂ ਨੂੰ ਬਹੁਤ ਬੁੱਧ ਦੇ ਉੱਤੇ ਹੰਕਾਰ ਹੁੰਦਾ ਹੈ, ਕਈਆਂ ਨੂੰ ਆਪਣੇ ਜੀਵਨ ਦੇ ਵਿੱਚ ਜ਼ਿਆਦਾ ਸਲਾਹਕਾਰ ਹੋਣ ਤੇ ਘਮੰਡ ਹੁੰਦਾ ਹੈ, ਕਈਆਂ ਨੂੰ ਸਭ ਤੋਂ ਜ਼ਿਆਦਾ ਮੈਂ ਆਦਰ ਕਰਦਾ ਹਾਂ ਇਸ ਦਾ ਘਮੰਡ ਹੁੰਦਾ ਹੈ। ਘਮੰਡ ਦੀਆਂ ਬਹੁਤ ਸਾਰੀਆਂ ਸੀਮਾਵਾਂ ਹੈ। ਇਹ ਮਨੁੱਖੀ ਜੀਵਨ 'ਚ ਦੇਖਣ ਨੂੰ ਅਕਸਰ ਨਜ਼ਰ ਆਉਂਦੀਆਂ ਔਰ ਪਰਮੇਸ਼ਰ ਦੇ ਵਚਨ 'ਚ ਲਿਖਿਆ ਹੈ, ਅਜਿਹੇ ਵਿਅਕਤੀ ਨੂੰ, ਅਜਿਹੇ ਬੰਦੇ ਨੂੰ ਪਰਮੇਸ਼ਰ ਪਸੰਦ ਨਹੀਂ ਕਰਦਾ ਹੈ। ਬਾਣੀ ਦੇ ਵਿੱਚ ਜਦੋਂ ਅਸੀਂ 16 ਦਾ 5 ਕਹਾਵਤਾਂ ਦੇ ਵਿੱਚ ਪੜ੍ਹਦੇ ਹਾਂ ਤਦ ਲਿਖਿਆ ਹੈ, ਸਭ ਮਨ ਦੇ ਘਮੰਡੀਆਂ ਤੋਂ ਪਰਮੇਸ਼ਰ ਘਿਣ ਕਰਦਾ ਹੈ। ਮੈਂ ਮਜ਼ਬੂਤੀ ਨਾਲ ਕਹਾਂਗਾ, ਅਜਿਹੇ ਲੋਕ ਨਿਰਦੋਸ਼ ਨਾ ਠਹਿਰਨਗੇ। ਫਿਰ ਨੀਤੀ ਵਚਨ 29 ਦਾ 23 ਚ ਕਹਿੰਦਾ ਹੈ, ਮਨੁੱਖ ਦੇ ਘਮੰਡ ਦੇ ਕਾਰਨ ਉਸ ਨੂੰ ਨੀਵਾਂ ਦੇਖਣਾ ਪੈਂਦਾ ਹੈ, ਪਰ ਨਮਰ ਦੀਨ ਆਤਮਾ ਵਾਲਾ ਪ੍ਰਤਾਪ ਦਾ ਅਧਿਕਾਰੀ ਹੁੰਦਾ, ਭਾਵ ਮਹਿਮਾ ਦਾ ਅਧਿਕਾਰੀ ਹੁੰਦਾ ਹੈ। ਇਸ ਲਈ ਪਰਮੇਸ਼ਰ ਨੇ ਭਜਨ 101 ਦਾ 5 ਵਿੱਚ ਆਖਿਆ, ਚੜੀਆਂ ਹੋਈਆਂ ਅੱਖਾਂ ਜਿਸ ਦਾ ਮਨ ਘਮੰਡੀ ਹੋਵੇ
ਉਹਨਾਂ ਨੂੰ ਨਾ ਸਾਂਗਾ। ਪਰਮੇਸ਼ਰ ਘਮੰਡ ਸਹਿ ਨਹੀਂ ਸਕਦਾ, ਉਹ ਉਸ ਤੋਂ ਘਿਣ ਕਰਦਾ ਹੈ, ਉਹ ਉਸ ਤੋਂ ਘਿਣ ਕਰਦਾ ਹੈ। ਘਮੰਡ ਦੇ ਅਨੇਕ ਰੂਪ ਹੈ, ਮੈਂ ਪਹਿਲਾਂ ਹੀ ਦੱਸ ਚੁੱਕਾ ਹਾਂ, ਪਰ ਪਰਮੇਸ਼ਰ ਇਹਨਾਂ ਸਭ ਤੋਂ ਘਿਣ ਕਰਦਾ ਹੈ ਆਤਮਿਕ ਅਹੰਕਾਰ ਤੇ, ਜੋ ਲੂਸੀਫਰ ਨੇ ਕੀਤਾ ਸੀ, ਜੋ ਲੂਸੀਫਰ ਨੇ ਕੀਤਾ ਸੀ, ਆਤਮਿਕ ਹੰਕਾਰ। ਔਰ ਇਹ ਇਸ ਕਾਰਨ ਉਹ ਸਵਰਗ ਤੋਂ ਥੱਲੇ ਸੁੱਟਿਆ ਗਿਆ ਸੀ। ਉਹ ਪਾਪ ਦੀ ਸ਼ੁਰੂਆਤ ਸੀ, ਉਹ ਪਾਪ ਦੀ ਸ਼ੁਰੂਆਤ ਸੀ। ਬਾਈਬਲ ਸ਼ੈਤਾਨ ਜਾਂ ਉਹਨਾਂ ਦੂਤਾਂ ਦੇ ਲਈ ਜਿਹੜੇ ਉਸ ਨਾਲ ਬਗਾਵਤ ਵਿੱਚ ਸ਼ਾਮਲ ਹੋਏ, ਉਹਨਾਂ ਲਈ ਮੁਕਤੀ ਦੀ ਕੋਈ ਸੰਭਾਵਨਾ ਬਾਰੇ ਸੰਕੇਤ ਨਹੀਂ ਦਿੰਦੀ, ਕੋਈ ਸੰਕੇਤ ਨਹੀਂ ਦਿੰਦੀ। ਇਹ ਅਹੰਕਾਰੀ ਘਮੰਡ ਦੇ ਉੱਤੇ ਪਰਮੇਸ਼ਰ ਬਹੁਤ ਘਿਰਣਾ ਕਰਦਾ। ਆਤਮਿਕ ਅਹੰਕਾਰੀ, ਕਈ ਮੈਨੂੰ ਬੰਦੇ ਮਿਲਦੇ ਆ, ਕਹਿੰਦੇ ਆ ਜੀ ਅਸੀਂ ਬਹੁਤ ਪ੍ਰਾਰਥਨਾ ਕਰਦੇ ਹਾਂ, ਅਸੀਂ ਬਹੁਤ ਬਾਈਬਲ ਪੜ੍ਹਦੇ ਹਾਂ, ਬਹੁਤ ਕੁਝ ਕਰਦੇ ਹਾਂ। ਮੈਂ ਇਸ ਦੇ ਅਗੇਂਸਟ ਨਹੀਂ ਹਾਂ, ਪਰ ਇਸ ਦੇ ਨਾਲ ਨਮਰ ਹੋਣਾ ਜ਼ਰੂਰੀ ਹੈ। ਲੂਸੀਫਰ ਇੱਥੇ ਗਿਰਿਆ ਹੈ, ਉਹ ਨਮਰ ਨਹੀਂ ਹੋਇਆ, ਉਹ ਹੰਕਾਰ ਦੇ ਵਿੱਚ ਆ ਗਿਆ। ਸਭ ਕੁਝ ਤਾਂ ਮੈਂ ਕਰਦਾ, ਆਤਮਿਕਤਾ ਦੇ ਵਿੱਚ। ਪਰਮੇਸ਼ਰ ਦੇ ਸਿੰਘਾਸਨ ਤੋਂ ਲੈ ਕੇ ਉਹਦੇ ਥੱਲੇ ਤੱਕ, ਦੂਤਾਂ ਤੱਕ, ਸਾਰਾ ਕੰਮ ਤਾਂ ਮੈਂ ਹੁਣ ਪਰਮੇਸ਼ਰ ਦੇ ਸਿੰਘਾਸਨ ਤੇ ਬੈਠਾ। ਮੇਰੇ ਪਿਆਰੇ ਅਜ਼ੀਜ਼, ਸਭ ਤੋਂ ਅੱਛੀ ਤਸਵੀਰ ਮੈਂ ਇੱਥੇ ਪ੍ਰਭੂ ਯਿਸੂ ਮਸੀਹ ਦੀ ਪ੍ਰਗਟ ਕਰਾਂਗਾ। ਪ੍ਰਭੂ ਯਿਸੂ ਮਸੀਹ ਦੇ ਜੀਵਨ ਕਾਲ ਨੂੰ ਪ੍ਰਗਟ ਕਰਾਂਗਾ। ਪ੍ਰਭੂ ਯਿਸੂ ਮਸੀਹ ਸਵਰਗ ਤੋਂ ਛੱਡ ਕੇ ਇਸ ਧਰਤੀ ਦੇ ਉੱਤੇ ਆਇਆ। ਇੱਕ ਸਧਾਰਨ ਮਨੁੱਖ ਦੇ ਰੂਪ ਦੇ ਵਿੱਚ ਇਸ ਧਰਤੀ ਦੇ ਉੱਤੇ ਉਹਨੇ ਆਤਮਿਕ ਹੁੰਦੇ ਹੋਏ ਨਮਰਤਾ ਦਾ, ਦੀਨਤਾ ਦਾ ਜੀਵਨ ਬਤੀਤ ਕੀਤਾ। ਮਨੁੱਖੀ ਜੀਵਨ ਨੂੰ ਬਚਾਉਣ ਦੇ ਲਈ, ਉਹਦੇ ਸਾਰੇ ਇਸ ਪਾਪ ਨੂੰ ਮਿਟਾਉਣ ਦੇ ਲਈ, ਕਿਉਂਕਿ ਇਸ ਯੁੱਗ ਦੇ ਈਸ਼ਵਰ ਨੇ ਉਹ ਹੰਕਾਰ ਉਹਦੇ ਵਿੱਚ ਪਾ ਦਿੱਤਾ ਸੀ। ਔਰ ਉਸ ਹੰਕਾਰ ਦੇ ਵਿੱਚ ਉਸਨੇ ਯਿਸੂ ਮਸੀਹ ਨੂੰ ਵੀ ਪਾਪ ਵਿੱਚ ਲਿਪਤ ਕਰਨ ਦੀ ਕੋਸ਼ਿਸ਼ ਕੀਤੀ। ਉਸਨੇ ਕਿਹਾ ਤੂੰ ਮੈਨੂੰ ਨਿਉ ਕੇ ਮੱਥਾ ਟੇਕ ਦੇ ਤੇ ਸਾਰੀਆਂ ਪਾਤਸ਼ਾਹੀਆਂ ਤੇ ਜਦੋਂ ਮੈਂ ਤੈਨੂੰ ਦੇ ਦੇ। ਘਮੰਡ ਕਰਦੇ ਆ, ਮੇਰੇ ਕੋਲ ਬਹੁਤ ਕੁਛ ਹੈ, ਮੈਨੂੰ ਜ਼ਰੂਰਤ ਨਹੀਂ। ਜਦੋਂ ਇਹ ਘਮੰਡ ਦੀ ਗਰਦਨ ਆਕੜ ਜਾਂਦੀ ਹੈ ਤਾਂ ਇਹ ਸਮਝ ਲਓ ਡਿੱਗਣ ਦਾ ਸਮੇਂ ਆ ਗਿਆ, ਗਿਰਨ ਦਾ ਸਮੇਂ ਆ ਗਿਆ, ਗਿਰਨਾ ਸ਼ੁਰੂ ਹੋ ਗਿਆ। ਬਾਈਬਲ ਦੱਸਦੀ ਹੈ ਕਿ ਪਰਮੇਸ਼ਰ ਸੁੰਦਰਤਾ ਦੇ ਉੱਤੇ ਨਹੀਂ, ਵੰਸ਼ਾਵਲੀ ਦੇ ਉੱਤੇ ਨਹੀਂ, ਵਪਾਰ ਦੀ ਸਫਲਤਾ ਨਹੀਂ, ਸਮਾਜਿਕ ਸਥਾਨ ਦੇ ਉੱਤੇ ਨਹੀਂ, ਪਰ ਆਤਮਿਕ ਹੰਕਾਰੀ ਮਨ ਦੇ ਉੱਤੇ ਘਮੰਡ ਕਰਦਾ। ਪਹਿਲੀ ਗੱਲ, ਅਸੀਂ ਆਤਮਿਕ ਹੰਕਾਰੀ ਨਹੀਂ ਬਣਦੇ। ਆਤਮਿਕ ਹੰਕਾਰੀ ਕਦੇ ਵੀ ਜੀਵਨ ਦੇ ਵਿੱਚ, ਮੈਨੂੰ ਸਭ ਪਤਾ ਹੈ, ਪ੍ਰਭੂ ਯਿਸੂ ਮਸੀਹ ਬਿਲਕੁਲ ਨਮਰ ਅਤੇ ਦੀਨ ਹੋ ਕੇ ਜਦੋਂ ਲੋਕ ਸਵਾਲ ਵੀ ਪੁੱਛਦੇ ਸੀ ਤਾਂ ਆਕੜ ਕੇ ਨਹੀਂ ਬੋਲਦਾ ਸੀ, ਬੜੇ ਨਮਰਤਾ ਤੇ ਦੀਨਤਾ ਨਾਲ ਬੋਲਦਾ ਸੀ, ਬੜੇ ਨਿਮਰਤਾ ਤੇ। ਔਰ ਪਰਮੇਸ਼ਰ ਦੇ ਵਿੱਚ ਹੋ ਕੇ ਬੋਲਦਾ ਸੀ। ਪਰਮੇਸ਼ਰ ਤੋਂ ਬਾਹਰ ਹੋ ਕੇ ਕੋਈ ਵੀ ਗੱਲ ਨਹੀਂ ਸੀ ਕਰਦਾ, ਉਹਦੇ ਅਧੀਨ ਹੋ ਕੇ ਗੱਲ ਕਰਦਾ ਸੀ। ਇਹ ਦੂਸਰੀ ਗੱਲ ਹੈ। ਪਹਿਲੀ ਗੱਲ, ਆਤਮਿਕ ਅਹੰਕਾਰ ਤੋਂ ਬਚਣਾ ਹੈ ਤਾਂ ਪਰਮੇਸ਼ਰ ਦੀ ਅਧੀਨਤਾ ਦੇ ਅਤੇ ਆਗਿਆਕਾਰੀਤਾ ਦੇ ਵਿੱਚ ਰਹਿਣਾ ਹੈ। ਤਦ ਤੁਹਾਡੇ ਜੀਵਨ ਵਿੱਚ ਇਸ ਘਮੰਡ ਤੋਂ ਬਚਾਅ ਆਏਗਾ, ਨਹੀਂ ਤਾਂ ਤੁਸੀਂ ਬਚ ਨਹੀਂ ਸਕਦੇ। ਔਰ ਪਰਮੇਸ਼ਰ ਦੇ ਵਿੱਚ ਜੇ ਤੁਸੀਂ ਕਹਿੰਦੇ ਹੋ ਕਿ ਮੈਂ ਇਸ ਪਾਪ ਤੋਂ ਬਚਣਾ ਹੈ, ਇਸ ਪਾਪ ਤੋਂ ਮੈਨੂੰ ਛੁਟਕਾਰਾ ਮਿਲੇ, ਇਸ ਪਾਪ ਤੋਂ ਮੈਨੂੰ ਮੁਕਤੀ ਮਿਲੇ, ਤਾਂ ਮੁਕਤੀ ਦੇ ਲਈ ਮੈਨੂੰ ਪਰਮੇਸ਼ਰ ਦੇ ਕੋਲ ਆਣਾ ਪਏਗਾ, ਪਰਮੇਸ਼ਰ ਪੁੱਤਰ ਕੋਲ ਆਣਾ ਪਏਗਾ। ਮੈਨੂੰ ਉੱਥੇ ਦੀਨ ਅਤੇ ਨਮਰ ਹੋ ਕੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਝੁੱਕ ਕੇ ਮਾਫੀ ਮੰਗਣੀ ਪਏਗੀ। ਤਦ ਮੈਂ
ਹੰਕਾਰੀ ਆਤਮਿਕ ਜੀਵਨ ਤੋਂ ਬਚ ਸਕਦਾ। ਆਤਮਿਕ ਘਮੰਡ ਪਰਮੇਸ਼ਰ ਦੇ ਕਿਰਪਾ ਉੱਤੇ ਭਰੋਸਾ ਨਾ ਕਰਕੇ ਆਪਣੇ ਹੀ ਗੁਣਾਂ ਤੇ ਭਰੋਸਾ ਕਰਦਾ ਹੈ। ਦੂਜੀ ਗੱਲ ਧਿਆਨ ਨਾਲ ਰੱਖਣਾ ਹੈ, ਧਿਆਨ ਸੁਣਨਾ। ਆਤਮਿਕ ਘਮੰਡ ਪਰਮੇਸ਼ਰ ਦੀ ਕਿਰਪਾ ਉੱਤੇ ਭਰੋਸਾ ਨਾ ਕਰਕੇ ਆਪਣੇ ਹੀ ਗੁਣਾਂ ਦੇ ਉੱਤੇ ਭਰੋਸਾ ਕਰਦਾ। ਮੇਰੇ 'ਚ ਗੁਣ ਹੈਗੇ ਆ, ਬਾਕੀਆਂ ਦੀ ਮੈਨੂੰ ਤਾਂ ਲੋੜ ਹੀ। ਪਿਆਰੋ, ਇਸ ਤਰੀਕੇ ਦੇ ਨਾਲ ਅਸੀਂ ਇੱਕ ਵੀ ਕਦਮ ਪਰਮੇਸ਼ਰ ਦੇ ਨੇੜੇ ਨਹੀਂ ਪਹੁੰਚ ਸਕਦੇ ਅਤੇ ਪਰਮੇਸ਼ਰ ਦੇ ਨਿਆਂ ਦੇ ਲਈ ਉਹ ਜਿਹੜਾ ਵਿਅਕਤੀ ਆ ਪਰਮੇਸ਼ਰ ਦੇ ਨਿਆਂ ਲਈ ਠਹਿਰਾਇਆ ਗਿਆ ਹੈ। ਤੀਸਰੀ ਗੱਲ, ਪਹਿਲਾ ਆਤਮਿਕ ਘਮੰਡ, ਦੂਸਰਾ ਜਿਹੜਾ ਆਤਮਿਕ ਪਰਮੇਸ਼ਰ ਦੇ ਅਨੁਗ੍ਰਹਿ ਤੇ ਭਰੋਸਾ ਨਾ ਕਰਕੇ ਆਪਣੇ ਹੀ ਗੁਣਾਂ ਦੇ ਉੱਤੇ ਭਰੋਸਾ ਕਰਦਾ ਹੈ, ਉਸ ਤੋਂ ਪਰਮੇਸ਼ਰ ਘਿਣ ਕਰਦਾ। ਅਜਿਹਾ ਸੁਭਾਵ ਸਾਡੇ ਮਨਾਂ ਨੂੰ ਦੂਸਰਿਆਂ ਦੇ ਪ੍ਰਤੀ ਅਨਾਦਰ ਉਤਪੰਨ ਕਰਦਾ। ਉਹ ਦੂਜਿਆਂ ਦਾ ਕੀ ਕਰਦੇ ਆ? ਅਨਾਦਰ ਦੂਸਰਿਆਂ ਦੇ ਸਾਹਮਣੇ। ਜਦੋਂ ਇਸ ਤਰ੍ਹਾਂ ਦੀ ਪਰਿਸਥਿਤੀ ਆ ਜਾਏ, ਕਿਉਂਕਿ ਇਹ ਬਗਾਵਤ ਸ਼ੈਤਾਨ ਨੇ ਪਰਮੇਸ਼ਰ ਦੇ ਸਿੰਘਾਸਨ ਕੋਲ ਕੀਤੀ ਸੀ। ਉਸਨੇ ਪਰਮੇਸ਼ਰ ਨੂੰ ਪਰਮੇਸ਼ਰ ਨਾ ਜਾਣ ਕੇ, ਪਰਮੇਸ਼ਰ ਨੂੰ ਪਰਮੇਸ਼ਰ ਨਾ ਜਾਣ ਕੇ ਉਹਦੀ ਮਹਿਮਾ ਕੀਤੀ, ਨਾ ਜਾਣ ਕੇ। ਉੱਥੇ ਉਹਨੇ ਕਿਹਾ ਮੇਰੀ ਮਹਿਮਾ। ਉਹਦੇ ਨਾਲ ਕੁਝ ਦੂਤ ਵੀ ਰਲ ਗਏ, ਕੁਝ ਵਿਅਕਤੀ ਵੀ ਨਾਲ ਰਲ ਗਏ। ਉਹ ਤਾਂ ਡਿੱਗਿਆ ਨਾਲ ਉਹਦੇ ਚੇਲੇ ਵੀ ਡਿੱਗੇ। ਮੇਰੇ ਪਿਆਰੇ ਅਜ਼ੀਜ਼, ਇਹ ਬਹੁਤ ਹੀ ਗੰਭੀਰ ਅਤੇ ਸੰਵੇਦਨਸ਼ੀਲ ਵਿਸ਼ਾ ਹੈ, ਜਿਸ ਵਿੱਚ ਮੈਨੂੰ ਆਪਣੇ ਆਤਮਿਕ ਜੀਵਨ ਦੀ ਸੁਰੱਖਿਆ ਪਰਮੇਸ਼ਰ ਪੁੱਤਰ ਪ੍ਰਭੂ ਯਿਸੂ ਮਸੀਹ ਵਿੱਚ ਕਰਦੇ ਰਹਿਣਾ ਹੈ। ਨਹੀਂ ਤਾਂ ਜਿਸ ਵੇਲੇ ਅਸੀਂ ਗਿਰਾਂਗੇ ਤਾਂ ਕੋਈ ਸਾਨੂੰ ਉਠਾਉਣ ਵਾਲਾ ਨਹੀਂ ਹੋਵੇਗਾ, ਕੋਈ ਨਹੀਂ ਹੋਵੇਗਾ। ਪਰਮੇਸ਼ਰ ਆਤਮਿਕ ਘਮੰਡ ਤੋਂ ਘਿਰਣਾ ਕਰਦੇ ਆ, ਕਿਉਂਕਿ ਅਜਿਹਾ ਵਿਚਾਰ ਰੱਖਣ ਵਾਲਾ ਆਪਣੀ ਹੀ ਭਲਾਈ ਤੇ ਘਮੰਡ ਕਰਦਾ। ਆਪਣੀ ਹੀ ਭਲਾਈ, ਦੂਸਰਿਆਂ ਦੀ ਭਲਾਈ ਨਹੀਂ, ਆਪਣੀ ਹੀ ਭਲਾਈ ਦੇ ਉੱਤੇ ਘਮੰਡ ਕਰਦਾ ਹੈ। ਔਰ ਜਿਹੜਾ ਇਸ ਤਰ੍ਹਾਂ ਕਰਦਾ ਕਦੀ ਬਚ ਨਹੀਂ ਸਕਦਾ। ਬਾਈਬਲ ਬਾਣੀ ਸਾਫ਼ ਰੀਤੀ ਨਾਲ ਦੱਸਦੀ ਹੈ, ਘਮੰਡ ਅੱਜ ਵੀ ਮਨੁੱਖ ਨਾਲ ਸ਼ੈਤਾਨ ਦੀ ਮੁੱਖ ਚਾਲ ਹੈ। ਇਹ ਘਮੰਡ ਅੱਜ ਕੱਲ ਮਸੀਹੀ ਵਿਸ਼ਵਾਸੀਆਂ ਦੇ ਵਿੱਚ ਜ਼ਿਆਦਾ ਦੇਖਣ ਨੂੰ ਆ ਰਿਹਾ। ਸਾਰੇ ਮੇਰੀ ਸੁਣ, ਮੇਰੇ ਪਿੱਛੇ ਚੱਲਣ, ਮੈਂ ਉਹਨਾਂ ਦੀ ਗੱਲ ਕਰਾਂ, ਮੈਂ ਕਰਕੇ ਉਹਨਾਂ ਨੇ ਆਪਣਾ ਆਪ ਗਵਾ ਲਿਆ। ਉਹ ਆਪਣੇ ਉਸ ਸਿਰਜਣਹਾਰ ਨੂੰ, ਉਸ ਕਰਤਾਰ ਦੇ ਉੱਤੇ ਆਪਣੇ ਆਪ ਦੇ ਵਿੱਚ ਘਮੰਡ ਕਰਕੇ ਆਪਣੇ ਆਤਮਿਕ ਜੀਵਨ ਦਾ ਵਿਨਾਸ਼ ਕਰ ਲੈਂਦੇ। ਔਰ ਇਹ ਘਮੰਡ ਕਲੀਸਿਆਵਾਂ ਦੇ ਵਿੱਚ ਫੁੱਟ ਪਾ ਦਿੰਦਾ ਹੈ। ਆਤਮਿਕ ਘਮੰਡ ਕਲੀਸਿਆ ਦੇ ਵਿੱਚ ਫੁੱਟ ਪਾ ਦਿੰਦਾ ਹੈ। ਆਤਮਿਕ ਘਮੰਡ ਭਾਈਆਂ ਦੇ ਵਿੱਚ ਵਿਦਰੋਹ ਖੜਾ ਕਰ ਦਿੰਦਾ ਹੈ। ਮੇਰੇ ਪਿਆਰੇ ਅਜ਼ੀਜ਼, ਇਸ ਗੱਲ ਤੋਂ ਸੁਚੇਤ ਰਹਿਣਾ। ਲੈ, ਜੇ ਗਲਤੀ ਕੀਤੀ ਮੈਂ ਇਹਨੂੰ ਚੱਕ ਦੂੰਗਾ। ਗਲਤੀ ਵਾਲੇ ਵਿਅਕਤੀ ਦੇ ਪਿੱਛੇ ਚੱਲ ਕੇ ਘਮੰਡੀ ਹੋ ਕੇ ਸਾਥ ਦੇਣਾ ਵਿਦਰੋਹ ਦਾ, ਪਰਮੇਸ਼ਰ ਦੇ ਵਚਨ ਦੇ ਵਿਦਰੋਹ ਦਾ ਕਾਰਨ ਬਣ ਜਾਂਦੇ ਆ। ਔਰ ਉਹ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਰ ਵੱਲੋਂ ਅਵਿਸ਼ਾਪ ਬਣ ਜਾਂਦਾ, ਜੋ ਅਸੀਂ ਕਹਾਵਤਾਂ ਦੇ ਵਿੱਚ ਪੜ੍ਹ ਚੁੱਕੇ ਹਾਂ। ਮੇਰੇ ਪਿਆਰੇ ਅਜ਼ੀਜ਼, ਸਾਡੇ ਜੀਵਨ ਦੇ ਵਿੱਚ ਅਜਿਹਾ ਨਹੀਂ ਹੋਣਾ ਚਾਹੀਦਾ। ਪ੍ਰਭੂ ਯਿਸੂ ਮਸੀਹ ਨੇ ਪਾਪੀ ਜੀਵਨ ਨੂੰ ਜਿੱਤਣ ਦੇ ਲਈ, ਪਾਪੀ ਜੀਵਨ ਨੂੰ ਬਚਾਉਣ ਦੇ ਲਈ, ਪਾਪੀ ਜੀਵਨ ਨੂੰ ਪਰਮੇਸ਼ਰ ਦੀ ਸੰਤਾਨ ਹੋਣ ਦੇ ਲਈ, ਇਸ ਸਾਰੇ ਦੇ ਲਈ
ਕਾਲਵਰੀ ਕਰੂਸ ਦੇ ਉੱਤੇ ਇੱਕ ਵਾਰ ਮੇਰੇ ਲਈ ਬਲੀਦਾਨ ਹੋ ਗਿਆ। ਉਹ ਨਮਰ ਹੋ ਕੇ ਸਾਰੀਆਂ ਗੱਲਾਂ ਦਾ ਦੁੱਖ ਸਹਿ ਕੇ, ਸਾਰੇ ਤਸੀਹੇ ਝੱਲ ਕੇ ਮੇਰੇ ਬਦਲੇ ਕਾਲਵਰੀ ਕਰੂਸ ਦੇ ਉੱਤੇ ਉਹਨੇ ਆਪਣੀ ਜਾਨ ਦੇ ਦਿੱਤੀ। ਇਸ ਘਮੰਡ ਨੂੰ ਖਤਮ ਕਰਾਂ ਕਿ ਮੈਂ ਆਪਣੇ ਘਮੰਡ ਨੂੰ ਉਹਦੀ ਸਲੀਬ ਦੇ ਥੱਲੇ ਗੱਡ ਦਿਆਂ, ਉਸ ਸਲੀਬ ਦੇ ਥੱਲੇ ਰੱਖ ਦਿਆਂ ਅਤੇ ਮੈਂ ਮਸੀਹ ਦੇ ਜੀਵਨ ਨੂੰ ਪਹਿਨ ਲਿਆ, ਜਿਹੜਾ ਪਰਮੇਸ਼ਰ ਦੇ ਅਨੁਰੂਪ ਅਤੇ ਸਰੂਪ ਬਣਦਾ ਜਾਂਦਾ ਹੈ ਮਸੀਹ ਯਸੂ ਦੇ ਵਿੱਚ। ਪਿਆਰੇ, ਜਦੋਂ ਮੈਂ ਇਸ ਤਰ੍ਹਾਂ ਕਰਦਾ ਤਾਂ ਪਰਮੇਸ਼ਰ ਮੈਨੂੰ ਆਪਣਾ ਪੁੱਤਰ ਤਾਂ ਮੰਨਦਾ ਹੀ ਮੰਨਦਾ ਆਪਣੇ ਪੁੱਤਰ ਵਿੱਚ, ਤੇ ਮੈਨੂੰ ਆਪਣੇ ਵਿੱਚ ਵਧਾਉਣ ਦੇ ਲਈ ਪਵਿੱਤਰ ਆਤਮਾ ਦੀ ਸਮਰੱਥ ਦਿਨ ਪ੍ਰਤੀ ਦਿਨ ਮੇਰੇ ਵਿੱਚ ਦਿੰਦਾ ਹੈ, ਤਾਂ ਕਿ ਮੇਰੇ ਵਿੱਚ ਆਤਮਿਕ ਅਹੰਕਾਰ ਕਦੇ ਵੀ ਅੱਗੇ ਨਾ ਹੋਵੇ। ਮੈਂ ਕਦੇ ਵੀ ਆਤਮਿਕ ਅਹੰਕਾਰੀ ਨਾ ਬਣਾ। ਮੈਨੂੰ ਜੀ ਸਾਰਾ ਪਤਾ ਹੈ, ਮੈਨੂੰ ਸਾਰੀ ਬਾਈਬਲ ਪਤਾ ਹੈ, ਮੈਨੂੰ ਜੋ ਮਰਜ਼ੀ ਪੁੱਛ ਲਓ ਮੈਨੂੰ ਪਤਾ ਹੈ। ਇਹ ਘਮੰਡ ਨਹੀਂ ਹੋਣਾ ਚਾਹੀਦਾ। ਕਈ ਵਾਰ ਮੈਨੂੰ ਮੇਰੇ ਕਲੀਸਿਆ ਦੇ ਲੋਕ ਮੇਰੇ ਨਾਲ ਕਈ ਵਾਰ ਅਜਿਹੇ ਸਵਾਲ ਕਰਦੇ ਆ ਜਿਨ੍ਹਾਂ ਦਾ ਉੱਤਰ ਮੇਰੇ ਕੋਲ ਨਹੀਂ ਹੁੰਦਾ। ਮੈਂ ਉਸ ਵੇਲੇ ਆਪਣੇ ਕਲੀਸਿਆ ਦੇ ਭਾਈ ਭੈਣਾਂ ਨੂੰ ਸਪਸ਼ਟ, ਜਾਂ ਬਾਹਰ ਵੀ ਕੋਈ ਗੱਲ ਕਰਦਾ ਤਾਂ ਸਪਸ਼ਟ ਕਹਿਣਾ, ਮੈਂ ਇਸ ਦੇ ਬਾਰੇ ਬਾਈਬਲ ਦੇ ਵਿੱਚੋਂ ਪੜ੍ਹਾਂਗਾ, ਵੇਖਾਂਗਾ, ਜਦੋਂ ਮੈਨੂੰ ਪਤਾ ਲੱਗੇਗਾ ਮੈਂ ਤਦ ਤੁਹਾਡੇ ਨਾਲ ਇਸ ਵਿਸ਼ੇ 'ਚ ਮੈਂ ਤੁਹਾਡੇ ਨਾਲ ਕੋਈ ਹੁਣ ਗੱਲ ਨਹੀਂ ਕਰ ਸਕਦਾ। ਉੱਥੇ ਮੈਂ ਅਹੰਕਾਰ ਦੇ ਵਿੱਚ ਗੱਲ ਨਹੀਂ, ਮੈਨੂੰ ਪਤਾ ਹੈ ਮੈਂ ਦਊਂਗਾ ਜੋ ਮਰਜ਼ੀ ਆਪਣੇ ਮਨ 'ਚ ਆਇਆ ਉਹ ਬੋਲ ਕੇ ਉਹਨਾਂ ਨੂੰ ਆਪਣੇ ਥੱਲੇ ਲਾ ਦੂੰ। ਨਥਿੰਗ ਐਲਸ। ਕਦੇ ਵੀ ਆਪਣੇ ਜੀਵਨ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਨਾ ਕਰ, ਕਿਉਂਕਿ ਸ਼ੈਤਾਨ ਇਸੇ ਘਮੰਡ ਦੇ ਨਾਲ ਬੜੇ ਬੜੇ ਵਿਸ਼ਵਾਸੀਆਂ ਦੇ ਜੀਵਨ ਨੂੰ ਨਾਸ਼ ਕਰ ਚੁੱਕਾ ਹੈ, ਕਰਪਟ ਕਰ ਚੁੱਕਾ ਹੈ। ਬਾਣੀ ਦੇ ਵਿੱਚ ਜਦੋਂ ਮੈਂ ਪਹਿਲਾ ਤਿਮੋਥੀਅਸ 6 ਅਧਿਆਇ ਉਸ ਦੀ 10 ਆਇਤ ਪੜ੍ਹਦਾ ਹਾਂ ਤਾਂ ਉਸ ਵਿੱਚ ਕੁਝ ਇਸ ਤਰ੍ਹਾਂ ਲਿਖਿਆ ਹੈ, ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਕਹਿੰਦਾ ਕਿਉਂਕਿ ਧਨ ਦਾ ਲੋਭ ਸਭ ਪ੍ਰਕਾਰ ਦੀ ਬੁਰਾਈਆਂ ਦੀ ਜੜ ਹੈ, ਕਿਉਂਕਿ ਲੋਕਾਂ ਨੇ ਇਸ ਦੀ ਲਾਲਸਾ ਵਿੱਚ ਵਿਸ਼ਵਾਸ ਤੋਂ ਭਟਕ ਕੇ ਆਪਣੇ ਆਪ ਨੂੰ ਅਨੇਕ ਦੁੱਖਾਂ ਨਾਲ ਛਲਨੀ ਕੀਤਾ ਹੈ। ਪਰ ਇਸ ਵਿੱਚ ਪਰਮੇਸ਼ਰ ਦਾ ਦਾਸ ਮੇਰੇ ਜੀਵਨ ਦੇ ਵਿੱਚ ਕੀ ਕਹਿੰਦਾ ਹੈ। 13:5 ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਪਰਮੇਸ਼ਰ ਦਾ ਵਚਨ, ਪਰਮੇਸ਼ਰ ਦਾ ਦਾਸ ਇਸ ਤਰ੍ਹਾਂ ਕਹਿੰਦਾ ਹੈ ਤੁਹਾਡਾ ਜੀਵਨ ਮਾਇਆ ਤੋਂ ਲੋਭ ਰਹਿਤ ਹੋਵੇ। ਜੋ ਤੁਹਾਡੇ ਕੋਲ ਜੋ ਕੁਝ ਤੁਹਾਡੇ ਕੋਲ ਹੈ ਉਸ 'ਚ ਸੰਤੁਸ਼ਟੀ ਕਰੋ, ਕਿਉਂਕਿ ਉਹਨੇ ਸਵੈ ਕਿਹਾ ਕਿ ਨਹੀਂ, ਪਰਮੇਸ਼ਰ ਕੀ ਕਿਹਾ ਹੈ, ਮੈਂ ਤੁਹਾਨੂੰ ਨਾ ਕਦੇ ਛੱਡਾਂਗਾ ਨਾ ਕਦੇ ਤਿਆਗਾਂਗਾ। ਆਪਣੇ ਆਪ ਨੂੰ ਪਰਮੇਸ਼ਰ ਦੇ ਪ੍ਰਤੀ ਸਮਰਪਿਤ ਕਰਕੇ ਰੱਖਣਾ, ਆਪਣੇ ਆਪ ਨੂੰ ਪਰਮੇਸ਼ਰ ਦੇ ਅਧੀਨ ਰੱਖਣਾ, ਤਦ ਪਰਮੇਸ਼ਰ ਤੁਹਾਡੇ ਜੀਵਨ ਦੇ ਵਿੱਚ ਆਤਮਿਕ ਬੜੋਤਰੀ ਦੇ ਨਾਲ ਤੁਹਾਨੂੰ ਬਰਕਤ ਦੇਵੇਗਾ। ਪ੍ਰਭੂ ਯਿਸੂ ਮਸੀਹ ਆਤਮਿਕ ਹੁੰਦੇ ਹੋਏ ਵੀ ਘਮੰਡੀ ਨਹੀਂ ਹੋਇਆ। ਉਹਨੇ ਕਦੇ ਵੀ ਆਪਣੇ ਆਪ ਨੂੰ ਪਰਮੇਸ਼ਰ ਤੋਂ ਉੱਚਾ ਨਹੀਂ ਕੀਤਾ, ਕਦੇ ਵੀ ਆਪਣੇ ਆਪ ਨੂੰ ਪਰਮੇਸ਼ਰ ਦੇ ਤੁਲ ਨਹੀਂ ਸਮਝਿਆ। ਪਰਮੇਸ਼ਰ ਹੁੰਦੇ ਹੋਏ ਉਸਨੇ ਕਿਹਾ ਮੈਂ ਪਿਤਾ ਵਿੱਚ ਅਤੇ ਪਿਤਾ ਮੇਰੇ ਵਿੱਚ। ਕਿੰਨੀ ਵੱਡੀ ਗੱਲ ਹੈ ਮੇਰੇ ਪਿਆਰੇ ਅਜ਼ੀਜ਼। ਜਦੋਂ ਅਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਅਧੀਨ ਕਰਕੇ ਰੱਖਦੇ ਹਾਂ ਤਾਂ ਪਰਮੇਸ਼ਰ ਸਾਨੂੰ ਆਤਮਿਕ ਅਹੰਕਾਰ ਦੇ ਘਮੰਡ ਤੋਂ ਸੁਰੱਖਿਅਤ ਕਰਕੇ ਰੱਖਦਾ ਹੈ। ਇਸ ਲਈ ਅਸੀਂ ਆਪਣੇ ਜੀਵਨ ਦੇ ਵਿੱਚ ਪ੍ਰਾਰਥਨਾ ਕਰੀਏ, ਪਰਮੇਸ਼ਰ ਸਾਨੂੰ ਕਦੇ ਵੀ ਆਤਮਿਕ ਹੰਕਾਰੀ ਨਾ ਹੋਣ ਦੇਈ। ਜਿਵੇਂ ਲੂਸੀਫਰ ਹੋਇਆ, ਜੋ ਡਿੱਗਿਆ ਉਸ ਦੇ ਨਾਲ ਜੋ ਡਿੱਗੇ ਉਹਨਾਂ ਦੇ ਲਈ ਅੱਜ ਤੱਕ ਮੁਕਤੀ ਦਾ ਕੋਈ ਉਪਾਅ ਨਹੀਂ। ਪਰਮੇਸ਼ਰ ਸਾਨੂੰ ਆਪਣੇ ਪੁੱਤਰ ਦੇ ਵਿੱਚ ਨਮਰ ਅਤੇ ਦੀਨ ਬਣਾ ਕੇ ਰੱਖੀ, ਜਿਸ ਦੇ ਨਾਲ ਤੇਰੀ ਅਸੀਂ ਆਤਮਿਕ ਉન્નਤੀ ਦੇ ਵਿੱਚ ਤੇਰੀ ਜਿਉਂਦੀ ਆਸ ਵਿੱਚ ਵਧਦੇ ਜਾਈਏ। ਪਰਮੇਸ਼ਰ ਅਜਿਹਾ ਹੋਣ ਦੇ ਲਈ ਸਾਡੀ ਮਦਦ ਕਰ। ਪ੍ਰਭੂ ਆਪ ਨੂੰ ਅਜਿਹਾ ਕਰਨ ਦੇ ਲਈ, ਅਜਿਹਾ ਬਣਨ ਦੇ ਲਈ, ਅਜਿਹਾ ਹੋਣ ਦੇ ਲਈ ਆਪ ਦੀ ਮਦਦ ਕਰੇ। ਸਾਰਿਆਂ ਨੂੰ ਜੈ ਮਸੀਹ ਦੀ। ਮਹਾਰਾਜ।